ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਸਵਾਗਤ ਕਰਦਾ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਸ਼ੋਅ ਦੇ ਵਿੱਚ। ਅੱਜ ਦੇ ਸ਼ੋਅ 'ਚ ਫਿਰ ਪੰਨੂ ਸਾਹਿਬ ਕੋਲੋਂ ਇਸ ਵਕਤ ਦੀਆਂ ਖਾਸ ਖਬਰਾਂ ਤੇ ਉਹਨਾਂ ਦਾ ਵਿਊ ਪੁਆਇੰਟ ਜਾਣਾਂਗੇ। ਪੰਨੂ ਸਾਹਿਬ ਬਹੁਤ ਸਵਾਗਤ ਜੀ। ਪੰਨੂ ਸਾਹਿਬ ਗੱਲ ਇਹ ਹੈ ਜੀ ਕਿ ਵੀ ਹੁਣ ਸਲਾਹ ਮਸ਼ਵਰਾ ਤਾਂ ਬਹਿ ਕੇ ਹੋ ਗਿਆ ਕਿ 10 ਸੀਟਾਂ ਅਕਾਲੀ ਦਲ ਤੇ 3 ਸੀਟਾਂ ਭਾਜਪਾ ਵਾਲੇ ਤੇ ਉਹਨਾਂ ਤਿੰਨਾਂ 'ਚੋਂ ਇੱਕ ਜਿਹੜੀ ਗੁਰਦਾਸਪੁਰ ਵਾਲੀ ਆ ਉਹਦੇ ਤੇ ਚਰਚਾ ਛਿੜਿਆ ਕਿ ਵੀ ਇੱਕ ਵਾਰ ਫਿਰ ਤੋਂ ਕਿਸੇ ਨਾ ਕਿਸੇ ਫਿਲਮ ਸਟਾਰ ਨੂੰ ਚੱਕ ਕੇ ਉੱਥੇ ਲਿਆਂਦਾ ਜਾ ਸਕਦਾ। ਇਹ ਕਿਵੇਂ ਜਾਪਦੀ ਤੁਹਾਨੂੰ ਗੱਲ ਕਿ ਫਿਲਮੀ ਸਿਤਾਰਿਆਂ ਦੇ ਸਿਰ ਤੇ ਭਾਜਪਾ ਦੀ ਕਿਸ਼ਤੀ ਪਾਰ ਲੱਗ ਜੂਗੀ? ਕੋਈ ਵਕਤ ਸੀ ਇਹ ਸੀਟ ਕਾਂਗਰਸੀਆਂ ਦੀ ਗਣੀ ਜਾਂਦੀ ਸੀ ਜੀ। ਇੱਕ ਅੱਧੀ ਵਾਰ ਪੁਰਾਣਾ ਜਨ ਸੰਗੀ ਜਗਦੱਤ ਸ਼ਰਮਾ ਜਿੱਤ ਗਿਆ, ਅੱਗੋਂ ਪਿੱਛੋਂ ਇਹਨਾਂ ਦੀ ਉੱਥੇ ਪੇਸ਼ ਨਹੀਂ ਸੀ ਜਾਂਦੀ। ਸੁਖਵੰਤ ਕੌਰ ਭਿੰਡਰ ਕਈ ਸਾਲਾਂ ਤੱਕ ਕਾਂਗਰਸ ਵੱਲੋਂ ਜਿੱਤਦੀ ਰਹੀ। ਫਿਰ ਇੱਕ ਮੌਕਾ ਆਇਆ ਜਦੋਂ ਭਾਜਪਾ ਵਾਲਿਆਂ ਨੇ ਲਿਆ ਕੇ ਤੇ ਵਿਨੋਦ ਖੰਨਾ ਖੜਾ ਕਰ ਦਿੱਤਾ। ਫਿਲਮ ਸਟਾਰ ਸੀ ਵਿਨੋਦ ਖੰਨਾ, ਆਪਣੇ ਆਪ 'ਚ ਚੀਜ਼ ਸੀ। ਪਹਿਲਾਂ ਉਹ ਫਿਲਮ ਸਟਾਰ ਸੀ, ਫਿਲਮ ਸਟਾਰ ਦੇ ਤੌਰ 'ਤੇ ਨਾਲ ਨਾਲ ਉਦੋਂ ਨਵਾਂ ਓਸ਼ੋ ਰਜਨੀਸ਼ ਉੱਭਰਿਆ ਸੀ, ਉਹਦੇ ਨਾਲ ਰਲ ਗਿਆ। ਕਈ ਸਾਲ ਉਸੇ ਦੇ ਕੈਂਪਾਂ 'ਚ ਰਿਹਾ, ਓਸ਼ੋ ਦੀ ਭਗਤੀ, ਉਹਦੇ ਦਾ ਪ੍ਰਚਾਰ, ਸਭ ਕੁਝ ਉਹ ਕਰਦਾ ਰਿਹਾ। ਵਾਪਸ ਆਇਆ ਤੇ ਫਿਰ ਫਿਲਮਾਂ 'ਚ। ਉਦੋਂ ਤੱਕ ਪਹਿਲੀ ਪਤਨੀ ਨਹੀਂ, ਇਹਨੇ ਦੂਸਰੀ ਨਾਲ ਫਿਰ ਵਿਆਹ ਕਰਾ ਲਿਆ ਕਵਿਤਾ ਨਾਲ। 2 ਬੱਚੇ ਪਹਿਲੀ ਤੋਂ ਸੀ, 2 ਦੂਜੀ ਤੋਂ ਹੋ ਗਏ। ਇਹਨੂੰ ਲਿਆ ਕੇ ਤੇ ਖੜਾ ਕੀਤਾ ਗਿਆ ਗੁਰਦਾਸਪੁਰ ਤੋਂ। ਜਿਸ ਤਰ੍ਹਾਂ ਦਾ ਫਿਲਮ ਸਟਾਰਾਂ ਦਾ ਹੁੰਦਾ। ਪਿਛਲੇ ਮਹੀਨੇ ਗੁਜਰਾਤ ਵਿੱਚ ਇੱਕ ਪ੍ਰੋਗਰਾਮ 'ਚ ਗਏ, ਰਾਹੁਲ ਗਾਂਧੀ ਨੂੰ ਇੱਕ ਕੁੜੀ ਨੇ ਕਿਸ ਕਰ ਲਿਆ। ਉਹ ਕਾਂਗਰਸ ਦੀ ਵਰਕਰ ਸੀ ਜੀ। ਬੜੀ ਭਾਜਪਾ ਵਾਲਿਆਂ ਨੇ ਗੱਲ ਚੁੱਕੀ। ਤੇ ਜਦੋਂ ਵਿਨੋਦ ਖੰਨਾ ਨੇ ਆ ਕੇ ਪਹਿਲੀ ਚੋਣ ਲੜੀ ਸੀ ਇੱਥੋਂ ਗੁਰਦਾਸਪੁਰ ਤੋਂ, ਉੱਥੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਜਲੂਸ ਕੱਢਦਿਆਂ ਨੂੰ ਇੱਕ ਕੁੜੀ ਨੇ ਜਾ ਕੇ ਉਹਨੂੰ ਵੀ ਕਿਸ ਕੀਤਾ ਸੀ। ਇੱਦਾਂ ਦੇ ਡਰਾਮੇ ਬਹੁਤ ਹੋਏ ਸਨ। ਜਿੱਤ ਗਿਆ ਜੀ, ਜਿੱਤ ਗਿਆ ਤੇ ਫਿਰ ਵਾਰ-ਵਾਰ ਜਿੱਤਦਾ ਗਿਆ। ਪਹਿਲਾਂ ਜਿੱਤ ਗਿਆ, ਫਿਰ ਜਿੱਤਦਾ ਗਿਆ। ਮੁੜ ਕੇ ਉਹ ਬਿਮਾਰ ਹੋ ਗਿਆ ਤੇ ਬਿਮਾਰੀ ਕਾਰਨ ਉਹਦੀ ਮੌਤ ਹੋ ਗਈ। ਉਪ ਚੋਣ ਹੋਈ, ਨਰਿੰਦਰ ਮੋਦੀ ਸਰਕਾਰ ਸੀ, ਪਰ ਪੰਜਾਬ 'ਚ ਹਾਲਾਤ ਬਦਲ ਗਏ। ਇੱਥੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣ ਚੁੱਕੀ ਸੀ ਜੀ। ਉਸ ਉਪ ਚੋਣ ਦੇ ਮੌਕੇ 'ਤੇ ਇੱਕ ਤਾਂ ਸਰਕਾਰ ਬਦਲ ਚੁੱਕੀ ਸੀ, ਦੂਜਾ ਜਿਹੜੀ ਅਕਾਲੀ ਭਾਜਪਾ ਦੀ ਰਹਿੰਦੀ ਕਸਰ ਸੀ ਉਹ ਸੁੱਚਾ ਸਿੰਘ ਲਗਾ ਦੇ ਕੇਸ ਨੇ ਕੱਢਤੀ। ਤੀਸਰਾ, ਭਾਜਪਾ ਨੇ ਆਪਣਾ ਉਮੀਦਵਾਰ ਬਦਲ ਲਿਆ। ਸਵਰਨ ਸਲਾਰੀਆ ਬਿਜ਼ਨਸਮੈਨ ਹੈ, ਉਹਨੂੰ ਬੰਬੇ ਤੋਂ ਬੜਾ ਇਸ ਗੱਲ ਦਾ ਸੀ ਕਿ ਮੈਂ ਚੋਣ ਲੜਨੀ ਹੈ। ਉਹ ਤੇ ਵਿਨੋਦ ਖੰਨਾ ਦੀ ਆਖਰੀ ਚੋਣ ਵਿੱਚ ਵੀ ਵਿਰੋਧ ਕਰਦਾ ਸੀ ਜੀ। ਵਿਨੋਦ ਦਾ ਵਿਰੋਧ ਕਰਦਿਆਂ ਉਦੋਂ ਰਹਿ ਗਿਆ ਤੇ ਜਦੋਂ ਵਿਨੋਦ ਦੀ ਡੈਥ ਹੋ ਗਈ ਉਹਦੀ ਥਾਂ ਦੇ ਉੱਤੇ ਭਾਜਪਾ ਦੇ ਉੱਤੇ ਜਾ ਕੇ ਅਸਰ ਪਾ ਕੇ ਇਹਨੇ ਸੀਟ ਲੈ ਲਈ। ਬੜੀ ਬੁਰੀ ਤਰ੍ਹਾਂ ਹਾਰ ਗਿਆ। ਸਾਰੀ ਚੋਣ ਦੇ ਵਿੱਚ ਕਵਿਤਾ ਖੰਨਾ ਨਾਲ ਨਹੀਂ ਤੁਰੀ। ਇੱਥੋਂ ਤੱਕ ਕਿ ਜਿਹੜਾ ਕਾਂਗਰਸ ਨੇ ਲਿਆ ਕੇ ਉਮੀਦਵਾਰ ਬਾਹਰੋਂ ਖੜਾ ਕੀਤਾ ਸੀ ਸੁਨੀਲ ਜਾਖੜ, ਇੱਕ ਦਿਨ ਕਵਿਤਾ ਖੰਨਾ ਨੂੰ ਮਿਲਣ ਚਲਾ ਗਿਆ ਤੇ ਬੜਾ ਰੌਲਾ ਪਿਆ ਕਿ ਭਾਜਪਾ ਦੀ ਟਿਕਟ ਲੈਂਦੀ ਹੁਣ ਕਵਿਤਾ ਖੰਨਾ ਸੁਨੀਲ ਜਾਖੜ ਨੂੰ ਮਿਲਣ ਲੱਗ ਪਈ ਜੀ। ਸੁਨੀਲ ਨੇ ਆਖਿਆ ਜੀ ਮੈਂ ਨਿੱਜੀ ਸੰਬੰਧਾਂ ਕਰਕੇ ਆਇਆ, ਮੈਂ ਇਸ ਪਰਿਵਾਰ ਨਾਲ ਸੰਬੰਧ ਨੇ ਸਾਡੇ। ਉਹਨੇ ਵੀ ਆਖਿਆ ਜੀ ਸਾਡੇ ਪਰਿਵਾਰਕ ਸੰਬੰਧ ਹੈ ਤਾਂ ਆਇਆ। ਪਰ ਉਹਨਾਂ ਸੰਬੰਧਾਂ ਦੀ ਚਰਚਾ ਬਹੁਤ ਚੱਲੀ ਸੀ ਕਿ ਇਸ ਉਪ ਚੋਣ ਦੇ ਦੌਰਾਨ ਹੀ ਆਪੋ ਵਿੱਚ ਕਿਉਂ ਮਿਲੇ ਦਾ ਮਤਲਬ ਕੋਈ ਗੱਲ ਹੋ ਸਕਦੀ ਹੈ। ਜਦੋਂ ਸਵਰਨ ਸਲਾਰੀਆ ਹਾਰ ਗਿਆ, ਹੁਣ ਅਗਲੀ ਚੋਣ ਆ ਰਹੀ ਹੈ। ਇਹ ਤੋਂ ਪਹਿਲਾਂ ਸਭ ਤੋਂ ਪਹਿਲੀ ਚੋਣ ਦਿੱਲੀ ਪਠਾਨਕੋਟ 'ਚ ਆ ਕੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਸਾਹਿਬ ਨੇ ਕੀਤੀ ਜੀ। ਸਵਰਨ ਸਲਾਰੀਆ ਨੂੰ ਇਹ ਸੀ ਕਿ ਮੈਂ ਉਪ ਚੋਣ ਲੜੀ ਹੈ, ਇੱਥੋਂ ਦਾ ਲੀਡਰ ਤਾਂ ਮੈਂ। ਹੁਣ ਇਹ ਬੜਾ ਅੱਗੇ ਸੀ, ਅਗਲੀ ਲਾਈਨ 'ਚ ਬੈਠਾ ਸੀ। ਕਹਿੰਦੇ ਆ ਕਿ ਇਹਨੂੰ ਅਗਲੀ ਲਾਈਨ 'ਚ ਉਠਾ ਕੇ ਪਿਛਲੀ 'ਚ ਕਰਤਾ ਜੀ। ਇਹ ਵੀ ਕਹਿੰਦੇ ਆ ਕਿ ਕਵਿਤਾ ਖੰਨਾ ਨੂੰ ਅੱਗੇ ਘੁਮਾਇਆ ਗਿਆ, ਇਹਨੂੰ ਪਿੱਛੇ ਪਾਤਾ ਗਿਆ। ਉਹਦੇ ਤੋਂ ਇਹਨਾਂ ਦਾ ਸਾਫ਼ ਹੋ ਗਿਆ ਕਿ ਸਵਰਨ ਸਲਾਰੀਆ ਨੂੰ ਇਸ ਵੇਲੇ ਟਿਕਟ ਨਹੀਂ ਮਿਲਣੀ। ਇਹ ਵੀ ਲਗਭਗ ਸਪਸ਼ਟ ਹੈ ਕਿ ਕਵਿਤਾ ਖੰਨਾ ਹੋਵੇ ਜਾਂ ਕੋਈ ਹੋਰ ਹੋਵੇ, ਵਿਨੋਦ ਖੰਨਾ ਦੇ ਪਰਿਵਾਰ 'ਚੋਂ ਕਿਸੇ ਨੂੰ ਟਿਕਟ ਮਿਲਣੀ ਹੈ। ਪਰ ਹੁਣ ਉੱਥੇ ਜਿਹੜੀ ਨਵੀਂ ਗੱਲ ਆ ਗਈ ਸਾਹਮਣੇ ਹੋਏ ਕਿ ਬੀਜੇਪੀ ਲੀਡਰਸ਼ਿਪ ਸਮਝਦੀ ਹੈ ਕਿ ਸਵਰਨ ਸਲਾਰੀਆ ਖੜਾ ਸੀ, ਕਵਿਤਾ ਖੰਨਾ ਨੇ ਮਦਦ ਨਹੀਂ ਕੀਤੀ। ਜੇ ਕਵਿਤਾ ਖਲੋਏਗੀ ਤੇ ਸਵਰਨ ਸਲਾਰੀਆ ਨੇ ਮਦਦ ਨਹੀਂ ਕਰਨੀ। ਤੇ ਇਹਦੇ ਨਾਲ ਬਿਹਤਰ ਇਹ ਆ ਕਿ ਵਿਨੋਦ ਖੰਨਾ ਦੇ ਪਰਿਵਾਰ 'ਚ ਟਿਕਟ ਦੇ ਦਈਏ, ਪਰ ਟਿਕਟ ਫਿਲਮ ਸਟਾਰ ਦੀ ਥਾਂ 'ਤੇ ਫਿਲਮ ਸਟਾਰ ਨੂੰ ਦੇ ਦਈਏ। ਉਹਦੇ 2 ਪਹਿਲੀ ਪਤਨੀ ਵਾਲੇ ਜਿਹੜੇ ਪੁੱਤਰ ਨੇ, ਰਾਹੁਲ ਤੇ ਅਕਸ਼ੇ ਖੰਨਾ ਜੀ, ਉਹਨਾਂ 'ਚੋਂ ਬਹੁਤੀ ਚਰਚਾ ਇਹ ਹੈ ਕਿ ਅਕਸ਼ੇ ਖੰਨਾ ਜਿਹੜਾ ਉਹਨੂੰ ਇਹ ਚੋਣ ਲੜਾਈ ਜਾਵੇ ਕਿਉਂਕਿ ਅਕਸ਼ੇ ਜਿਹੜਾ ਉਹ ਫਿਲਮਾਂ ਦੇ ਵਿੱਚ ਆਉਣ ਕਰਕੇ ਉਹਦਾ ਲੋਕਾਂ 'ਚ ਇੱਕ ਨਾਂ ਜਿਹਾ ਵੀ ਬਣਿਆ ਪਿਆ। ਤੇ ਬੀਜੇਪੀ ਦਾ ਪੁਰਾਣਾ ਸੁਭਾਅ, ਕਾਂਗਰਸ ਵਾਲੇ ਵੀ ਕਦੇ ਕਰਦੇ ਪਰ ਬੀਜੇਪੀ ਜ਼ਿਆਦਾ ਕਰਦੀ ਹੈ ਕਿ ਫਿਲਮ ਸਟਾਰਾਂ ਨੂੰ ਲਿਆਓ। ਰਮਾਇਣ ਦੇ ਵਿੱਚ ਜਿਹੜੀ
ਸੀਤਾ ਬਣੀ ਸੀ, ਦੀਪਿਕਾ ਚਖਾਲੀਆ ਉਹਨੂੰ ਗੁਰਦਾਸਪੁਰ ਉੱਥੋਂ ਗੁਜਰਾਤ ਵਿੱਚੋਂ ਟਿਕਟ ਦਿੱਤੀ ਸੀ, ਹੇਮਾ ਮਾਲਿਨੀ ਨੂੰ ਟਿਕਟ ਦਿੱਤੀ, ਧਰਮਿੰਦਰ ਨੂੰ ਲਿਆ ਕੇ ਬੀਕਾਨੇਰ ਤੋਂ ਜਿਤਾਇਆ ਸੀ। ਇੱਦਾਂ ਕਈ ਉਹਨਾਂ ਨੇ ਕੀਤੇ ਨੇ। ਸ਼ਤਰੂਘਨ ਸਿਨਹਾ ਜੀ, ਇਹੋ ਜਿਹੇ ਹੋਰ ਵੀ ਨੇ ਕਈ। ਕਾਂਗਰਸ ਵਾਲਿਆਂ ਨੇ ਵੀ ਮਿਲਟਨ ਚੱਕਰਵਰਤੀ ਲਿਆਂਦਾ ਸੀ ਜੀ, ਉਹਨਾਂ ਨੇ। ਸੁਨੀਲ ਜਿਹੜਾ ਹੈਗਾ ਸਿਰਜੇਸ਼ ਖੰਨਾ ਉਹਨੂੰ ਵੀ ਲਿਆਂਦਾ ਸੀ ਜੀ, ਰਾਜ ਬੱਬਰ ਅੱਛਾ ਉਹਨੂੰ ਵੀ ਲਿਆਂਦਾ ਸੀ, ਸੁਨੀਲ ਦੱਤ ਨੂੰ ਵੀ ਲਿਆਂਦਾ ਸੀ, ਰਾਜ ਬੱਬਰ ਉਹਨਾਂ ਨੇ ਲਿਆਂਦਾ, ਰਾਜ ਬੱਬਰ ਤੇ ਸਮਾਜਵਾਦੀ ਪਾਰਟੀ ਲਿਆਂਦਾ ਸੀ। ਜੀ ਜੀ। ਇਹ ਹੁਣ ਅਕਸ਼ੇ ਖੰਨਾ ਨੂੰ ਲਿਆਉਣ ਨੂੰ ਫਿਰਦੇ ਜਾਪਦੇ ਆ। ਨਾ ਤਾਂ ਕਵਿਤਾ ਖੰਨਾ ਨੂੰ ਟਿਕਟ ਮਿਲੇਗੀ, ਨਾ ਸਵਰਨ ਸਲਾਰੀਆ ਨੂੰ। ਚਰਚਾ ਇਹ ਹੈ ਕਿ ਅਕਸ਼ੇ ਖੰਨਾ ਇੱਥੇ ਆ ਰਿਹਾ। ਚਲੋ, ਕੁੱਲ ਮਿਲਾ ਕੇ ਹੁਣ ਗੁਰਦਾਸਪੁਰੀ ਇੱਕ ਫਿਲਮ ਸਟਾਰ ਤੋਂ ਬਾਅਦ ਹੁਣ ਦੂਜੇ ਫਿਲਮ ਸਟਾਰ ਲਾਉਣਗੇ। ਉਹ ਠੀਕ ਹੈ, ਪਿਓ ਸਟਾਰ ਦੀ ਥਾਂ ਪੁੱਤ ਸਟਾਰ ਆ ਜਾਏਗਾ ਜੀ, ਪਰ ਰਹੇਗਾ ਮਾਮਲਾ ਫਿਲਮੀ। ਪਰ ਜਿਹੜੇ ਹੁਣ ਕਾਂਗਰਸ ਪ੍ਰਧਾਨ ਸਟਾਰ ਨੇ, ਫਿਰ ਉਹਨਾਂ ਦੇ ਸਟਾਰਾਂ ਦਾ ਕੀ ਕਰਾਂਗੇ? ਉਹ ਅਜੇ ਤਾਂ ਮੱਝਧਾਰ 'ਚ ਨੇ। ਦੇਖੋ, ਸੁਨੀਲ ਜਾਖੜ ਨੂੰ ਲਗਭਗ ਸਾਫ਼ ਹੈ ਕਿ ਟਿਕਟ ਮਿਲ ਜਾਣੀ, ਕਿਉਂਕਿ ਪੰਜਾਬ ਦਾ ਪ੍ਰਧਾਨ ਵੀ ਆ, ਪੰਜਾਬ ਦੇ ਮੁੱਖ ਮੰਤਰੀ ਦੇ ਨੇੜੇ ਵੀ ਜੀ। ਪਰ ਬਾਜਵਾ ਪਰਿਵਾਰ, ਭਿੰਡਰ ਪਰਿਵਾਰ ਜਿਹੜੇ ਸ਼ੁਰੂ ਤੋਂ ਇਕੱਠੇ ਰਹੇ, ਦੋਵੇਂ ਪਰਿਵਾਰ, ਤੇ ਉਹ ਸਮਝਦੇ ਕਿ ਸੀਟ ਸਾਡੀ ਆ, ਜੋਰ ਅਜਮਾਈ ਤੇ ਉਹ ਕਰਨਗੇ। ਬਿਲਕੁਲ। ਅਗਲੀ ਗੱਲ ਤੁਹਾਨੂੰ ਸਭ ਮੈਂ ਪੁੱਛਣੀ ਚਾਹੁੰਦਾ ਕਿ ਬਹਿਬਲ ਕਲਾਂ ਗੋਲੀ ਕਾਂਡ ਦੀ ਜਿਹੜੀ ਜਾਂਚ ਕਰਦੀ ਪਈ SIT ਟੀਮ, ਉਹਨਾਂ ਨੇ ਹੁਣ IG ਪਰਮਰਾਜ ਸਿੰਘ ਉਮਰਾ ਨਗਲ ਹੋਰਾਂ ਨੂੰ ਨਾਮਜ਼ਦ ਕਰ ਲਿਆ, ਉਹਦੇ ਵਿੱਚ ਵੀ ਮੁਲਜ਼ਮ, ਐਜ਼ ਏ ਮੁਲਜ਼ਮ। ਹੁਣ ਗੱਲ ਇਹ ਹੈ ਕਿ ਵੀ ਪਹਿਲੀ ਜਾਂਚ ਪੜਤਾਲ ਤੋਂ ਬਾਅਦ ਤਾਂ ਉਹ ਅਜੇ ਆਪਣੀ ਜ਼ਮਾਨਤ ਵਾਲੇ ਪਾਸੇ ਤੁਰੇ ਫਿਰਦੇ ਸੀ। ਹੁਣ ਇਹ ਨਵੀਂ ਚਰਚਾ ਜਿਹੜੀ ਚੱਲ ਪਈ, ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਬਹੁਤੇ ਲੋਕ ਕੋਟਕਪੂਰਾ ਬਹਿਬਲ ਕਲਾਂ ਇੱਕੋ ਹੀ ਸਮਝੀ ਜਾਂਦੇ ਆ। ਬਹਿਬਲ ਕਲਾਂ ਬਰਗਾੜੀ ਦੇ ਲਾਗੇ ਪੈ ਜਾਂਦਾ ਜੀ। ਜਿਹੜੀ ਬਹਿਬਲ ਕਲਾਂ 'ਚ ਗੋਲੀ ਚੱਲੀ ਸੀ, ਉਹਦੀ ਪੜਤਾਲ ਵੱਖਰੀ ਚੱਲਦੀ ਹੈ, ਕੋਟਕਪੂਰੇ ਦੀ ਵੱਖਰੀ ਚੱਲਦੀ ਹੈ। ਕੋਟਕਪੂਰੇ ਵਾਲੇ ਕੇਸ ਵਿੱਚ ਤਾਂ CCTV ਫੁਟੇਜ ਪੁਲਿਸ ਨੇ ਭੰਨੀ ਤੋੜੀ ਸੀ, ਪਰ ਇੱਕ ਹੋਰ ਥਾਂ ਤੋਂ ਮਿਲ ਗਈ ਕਰਕੇ ਇਹ ਫਸ ਗਏ ਨੇ। ਪਰਮਰਾਜ ਸਿੰਘ ਉਮਰਾ ਨਗਰ ਬੜੀ ਬੁਰੀ ਤਰ੍ਹਾਂ ਫਸ ਗਿਆ, ਤੇ ਉਹਦੇ ਵਿੱਚ ਹੀ ਸਾਬਕਾ ਪੁਲਿਸ ਮੁਖੀ DGP ਤੱਕ ਵੀ ਗੱਲ ਆਉਂਦੀ, ਸ਼ਾਇਦ ਉਸ ਤੋਂ ਉੱਪਰ ਵੀ ਚੱਲ ਜਾਵੇ ਜੀ। ਉਹਦੇ ਵਿੱਚ ਹੀ ਉਸ ਵਕਤ ਦੇ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਦਾ ਨਾਮ ਹੀ ਆਉਂਦਾ। ਉਸ ਵਕਤ ਦਾ ਜਿਹੜਾ ਕੋਟਕਪੂਰੇ ਦਾ SDM ਹਰਜੀਤ ਸਿੰਘ ਸੀ, ਉਹਨੇ ਜਾ ਕੇ ਅਦਾਲਤ ਵਿੱਚ ਜਿਹੜਾ ਬਿਆਨ ਦਿੱਤਾ ਕਿ ਉਸ ਵਕਤ ਮੈਂ ਕੋਈ ਆਰਡਰ ਨਹੀਂ ਦਿੱਤਾ ਗੋਲੀ ਚਲਾਉਣ ਦਾ, ਬਾਅਦ ਵਿੱਚ ਆ ਕੇ ਮੇਰੇ ਤੋਂ ਦਬਾਅ ਪਾ ਕੇ ਆਰਡਰ ਲਿਖਵਾਇਆ ਗਿਆ ਜੀ। ਉਹਦੇ ਉਸ ਇਕਬਾਲੀਆ ਬਿਆਨ ਦੇ ਨਾਲ ਇਹ ਸਾਰੇ ਹੋਰ ਜ਼ਿਆਦਾ ਫਸ ਜਾਂਦੇ ਨੇ। ਖਾਸ ਤੌਰ ਤੇ ਪਰਮਰਾਜ ਸਿੰਘ ਉਮਰਾ ਨਗਰ, SSP ਚਰਨਜੀਤ ਸ਼ਰਮਾ, ਤੇ ਜਿਹੜਾ ਅਕਾਲੀ MLA ਉਹਦੇ ਤੱਕ ਜ਼ਿਆਦਾ ਗੱਲ ਆਉਂਦੀ ਹੈ, DGP ਤੱਕ ਵੀ ਜਾਂਦੀ ਹੈ। ਇਹ ਇਕਬਾਲੀਆ ਬਿਆਨ ਉਹਨਾਂ ਸਾਰਿਆਂ ਨੂੰ ਫਸਾਉਂਦਾ ਜੀ। ਹੁਣ ਅਗਲੀ ਗੱਲ ਸੀ ਕਿ ਬਹਿਬਲ ਕਲਾਂ ਦਾ ਕੀ ਹੋਵੇ। ਇਹੋ ਹੀ ਚਰਚਾ ਉੱਥੋਂ ਤੱਕ ਲੈ ਗਈ ਹੈ, ਕਿਉਂਕਿ ਜਦੋਂ ਬਹਿਬਲ ਕਲਾਂ 'ਚ ਗੋਲੀ ਚੱਲੀ ਹੈ, ਜਿੰਨੇ ਵਜੇ ਚੱਲੀ ਹੈ, ਉਸ ਵਕਤ ਵੀ ਟੈਲੀਫੋਨ ਤੇ ਕੰਟੈਕਟ ਚਰਨਜੀਤ ਸ਼ਰਮੇ ਦਾ ਤੇ ਪਰਮਰਾਜ ਉਮਰਾ ਨਗਲ ਦਾ, ਦੋਵਾਂ ਦਾ ਆਪੋ ਹੀ ਦੱਸਿਆ ਜਾਂਦਾ। ਹੁਣ ਉਮਰਾ ਨਗਲ ਜਿੰਨਾ ਚਿਰ ਤੱਕ ਚੜ੍ਹਤ ਵਿੱਚ ਸੀ, ਕੋਈ ਇਹਦੇ ਬਾਰੇ ਬੋਲਦਾ ਨਹੀਂ ਸੀ। ਹੁਣ ਉੱਥੋਂ ਫਰੀਦਕੋਟ ਦੇ ਪੱਤਰਕਾਰ ਲਿਖਦੇ ਆ ਜੀ, ਫਰੀਦਕੋਟ 'ਚ ਜਿੰਨੇ ਮਾੜੇ ਕੰਮ ਹੋਏ ਸਭ ਇਹਦੇ ਕਾਰਨ ਹੁੰਦੇ ਜਦੋਂ ਇਹ SSP ਹੁੰਦਾ ਸੀ ਜੀ। ਇੱਕ ਨਾਬਾਲਗ ਕੁੜੀ ਨੂੰ ਚਿੱਟੇ ਦਿਨ ਪੁਲਿਸ ਦੀ ਹਾਜ਼ਰੀ 'ਚ ਇੱਕ ਬਦਮਾਸ਼ ਚੁੱਕ ਕੇ ਲੈ ਗਿਆ। ਉਹ ਜਾਂਦਿਆਂ ਉਹਦੀ ਗੱਡੀ ਨਾਲੀ 'ਚ ਫਸ ਗਈ। ਉਹਨੇ ਬੰਦੇ ਘੇਰ ਕੇ ਆਖਿਆ ਮੇਰੀ ਗੱਡੀ ਕੱਢ ਕੇ ਦਿਓ। ਗੱਡੀ ਕਢਾਈ, ਪੁਲਿਸ ਵਾਲੇ ਖੜੇ ਵੇਖਦੇ ਰਹੇ। ਜਦੋਂ ਉੱਥੋਂ ਬਾਹਰ ਨਿਕਲਿਆ ਫਰੀਦਕੋਟ ਤੋਂ, ਤੇ ਪੁਲਿਸ ਦੀ ਇੱਕ ਜਿਪਸੀ ਉਹਦੇ ਨਾਲ ਉਹਨੂੰ ਐਸਕਾਰਟ ਕਰਕੇ ਸ਼ੰਭੂ ਵਾਲਾ ਬੈਰੀਅਰ ਟਪਾ ਕੇ ਹਰਿਆਣੇ ਤੱਕ ਛੱਡਣ ਗਈ। ਉਦੋਂ ਵੀ ਤੇ SSP ਇਹੋ ਸੀ ਜੀ। ਇਹਨੂੰ ਪ੍ਰੈਸ ਵਿੱਚ ਪੁੱਛਿਆ ਗਿਆ ਕਿ ਕੀ ਹੋਇਆ, ਤੇ ਇਹਨੇ ਉਲਟਾ ਉਸ ਨਾਬਾਲਗ ਕੁੜੀ ਦੀਆਂ ਫੋਟੋ ਵਿਖਾ ਕੇ ਆਖਿਆ ਜੀ ਕੁੜੀ ਨੇ ਤੇ ਵਿਆਹ ਕਰਾ ਲਿਆ। ਇਹਨੂੰ ਨਹੀਂ ਪਤਾ ਕਿ ਨਾਬਾਲਗ ਦਾ ਵਿਆਹ ਨਹੀਂ ਹੋ ਸਕਦਾ ਜੀ। ਅੱਛਾ, ਇਹਦੇ ਇੱਦਾਂ ਦੇ ਇੱਕਾ ਦੁੱਕਾ ਇੰਨੇ ਕੇਸ ਨਿਕਲ ਆਏ ਆ ਕਿ ਜਦੋਂ ਤੱਕ ਇਹਦੀ ਚੜ੍ਹਤ ਸੀ, ਇਹਦੇ ਸਾਹਮਣੇ ਕੋਈ ਸਿਰ ਨਹੀਂ ਸੀ ਚੁੱਕਦਾ, ਬੋਲਦਾ ਨਹੀਂ ਸੀ। ਹੁਣ ਤਾਂ ਇਹ ਵੀ ਗੱਲ ਨਿਕਲਦੀ ਪਈ ਹੈ ਕਿ ਜਦੋਂ ਦਲੇਰ ਮਹਿੰਦੀ ਨੂੰ ਫੜਿਆ ਜੀ, ਤੇ ਇਹਨੇ ਉੱਤੇ ਬਹੁਤ ਸਾਰਾ ਬੋਝ ਪਾਇਆ ਸੀ, ਤੇ ਦਲੇਰ ਮਹਿੰਦੀ ਨੇ ਆਖਿਆ ਜੀ ਮੇਰੇ ਤੋਂ ਇੰਨੇ ਕਰੋੜ ਰੁਪਏ ਮੰਗੇ ਗਏ। ਉਹ ਮੁੜ ਕੇ ਮਾਮਲਾ ਘੱਟੇ ਕੋਡੀਆਂ ਰਲ ਗਿਆ, 2 ਸਰਕਾਰਾਂ ਲੰਘ ਗਈਆਂ, ਕਿਸੇ ਪਾਸੇ ਲੱਗਾ ਨਹੀਂ। ਹੁਣ ਉਹ ਵੀ ਬੰਦੇ ਉੱਥੇ ਕੇਸ ਚੁੱਕਦੇ ਪਏ ਨੇ। ਪਤਾ ਨਹੀਂ ਕਿੰਨੇ ਕੇਸ ਆ। ਪਰਮਰਾਜ ਇਸ ਵੇਲੇ ਬਾਕੀ ਸਾਰਿਆਂ ਤੋਂ ਵੱਧ ਫਸਦਾ ਜਾ ਰਿਹਾ, ਤੇ ਜੇ ਉਹ ਫਸਿਆ ਤੇ ਫਿਰ ਉਹ ਜਿਹੜੀ ਗੱਲ ਹੁੰਦੀ ਆ, ਆਪ ਤਾਂ ਡੁੱਬਿਓ ਬਾਹਮਣਾ ਜਜਮਾਨ ਵੀ ਡੁੱਬੇ। ਹੁਣ ਬ੍ਰਾਹਮਣ ਤਾਂ ਵੈਸੇ ਹੈਗਾ ਚਰਨਜੀਤ ਸ਼ਰਮਾ ਜੀ, ਪਰ ਇੱਥੇ ਤਾਂ ਜੱਟ ਜਿਹੜਾ ਉਹ ਸਾਰਿਆਂ ਨਾਲ ਡੁੱਬਣ ਲੱਗਾ ਜਾਪਦਾ। ਬਾਕੀ ਸਾਰੇ ਜਿਹੜੇ ਆ ਸਿਰਫ ਇਸ ਕਰਕੇ ਫਸਦੇ ਆ ਕਿਉਂਕਿ ਧੁਰੀ ਜਿਹੜੀ ਆ ਉਹ ਮੁੜ ਕੇ ਪਰਮਰਾਜ ਤੇ ਆਉਂਦੀ ਆ ਕਿ ਇਹਨੇ ਆ ਕੀਤਾ, ਇਹਨੇ ਆ ਕੀਤਾ ਜੀ। ਤੇ ਜੇ ਹੁਣ ਬਹਿਬਲ ਕਲਾਂ ਦੀ ਉਸ ਪੜਤਾਲ ਦੇ ਵਿੱਚ ਵੀ ਜਿਹੜੀਆਂ ਗੱਲਾਂ ਦੱਸੀਆਂ ਜਾ ਰਹੀਆਂ ਨੇ ਕਿ ਕਾਲ ਡਿਟੇਲਸ ਦੱਸਦੀਆਂ ਕਿ ਗੋਲੀ ਚੱਲਣ ਦੇ ਵਕਤ ਇਹਦਾ ਤੇ ਚਰਨਜੀਤ ਸ਼ਰਮੇ ਦਾ, ਇਹਦਾ ਤੇ ਪੰਜਾਬ ਪੁਲਿਸ ਦੇ ਮੁਖੀ ਦਾ ਜਿਹੜਾ ਉਸ ਵਕਤ ਸਮੇਰ ਸਿੰਘ ਸੈਣੀ ਸੀ, ਉਹਦਾ, ਇਹਨਾਂ ਸਾਰਿਆਂ ਦਾ ਤਾਲਮੇਲ ਸੀ। ਲਗਾਤਾਰ ਗੱਲਾਂ ਹੁੰਦੀਆਂ ਰਹੀਆਂ ਨੇ। ਉਹ ਸਾਰੀ ਕਾਲ ਕਨਵਰਸੇਸ਼ਨ ਤਾਂ ਨਹੀਂ ਮਿਲਦੀ ਹੁੰਦੀ ਕਿ ਇਹਨਾਂ ਨੇ ਆਖਿਆ ਕੀ ਤੇ ਉਹਨਾਂ ਨੇ ਆਖਿਆ ਕੀ ਜੀ, ਪਰ ਜਿਹੜੀਆਂ ਕਾਲ ਡਿਟੇਲਸ ਮਿਲਦੀਆਂ ਜਾਂਦੀਆਂ ਨੇ, ਉਹਨਾਂ ਦੇ ਨਾਲ ਹਰ ਰੋਜ਼ ਚੜ੍ਹਦੇ ਸੂਰਜ ਨਾਲ ਮਾਮਲਾ ਹੋਰ ਜ਼ਿਆਦਾ ਗਹਿਰਾ ਹੁੰਦਾ ਜਾ ਰਿਹਾ।
ਇਹਨਾਂ ਵਾਸਤੇ ਮੁਸ਼ਕਿਲ ਅਗਲੇ ਦਿਨਾਂ 'ਚ ਵੱਧ ਸਕਦੀ। ਇੱਕ ਪੰਨੂ ਸਾਹਿਬ, ਸੁਖਬੀਰ ਬਾਦਲ ਹੋਣਾ ਦਾ ਕਿਹਾ ਕਿ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਾਉਣੀ ਚਾਹੀਦੀ ਹੈ। ਉਹਦੇ ਨਾਲ ਇਹ ਵੀ ਰਿਪੋਰਟ ਆ ਗਈ ਆ ਫਰੀਦਕੋਟ ਤੋਂ ਕਿ SDM ਦੇ ਇਕਬਾਲੀਆ ਬਿਆਨ, ਚਰਨਜੀਤ ਸ਼ਰਮੇ ਤੇ ਪਰਮਰਾਜ ਦੀ ਪੁੱਛਗਿੱਛ, ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਕੁਛ ਜ਼ਿਆਦਾ ਸੀਰੀਅਸ ਹੋਇਆ ਪਿਆ। ਉਸ ਸੀਰੀਅਸਨੈਸ ਦੇ ਵਿੱਚੋਂ ਜਿਹੜਾ ਬਿਆਨ ਦਿੱਤਾ ਜਾ ਰਿਹਾ ਜੀ, ਇਹਨੂੰ ਲੋਕੀ ਉਹਦੇ ਨਾਲ ਜੋੜ ਕੇ ਵੇਖ ਸਕਦੇ। ਬਿਲਕੁਲ ਸਹੀ। ਪੰਨੂ ਸਾਹਿਬ, ਅਗਲੀ ਗੱਲ ਮੈਂ ਪੁੱਛਣੀ ਚਾਹੁੰਦਾ ਕਿ ਪੰਜਾਬ ਸਰਕਾਰ ਇਸ ਵੇਲੇ ਬਹੁਤ ਆਪਣੇ ਵੱਲੋਂ ਕੋਸ਼ਿਸ਼ਾਂ ਕਰ ਰਹੀ ਕਿ ਜਿਹੜੇ ਵਾਅਦੇ ਵੂਦੇ ਅਸੀਂ ਕੀਤੇ ਸੀ ਸਭ ਪੂਰੇ ਕਰ ਦਈਏ, ਪਰ ਗੱਲ ਇਹ ਆ ਕਿ ਵੀ ਜਦੋਂ ਸੰਘਰਸ਼ ਦਾ ਸਿਖਰ ਹੋ ਜਾਂਦਾ ਫਿਰ ਜਾ ਕੇ ਤੇ ਕੁਛ ਨਾ ਕੁਛ ਕੀਤਾ ਜਾਂਦਾ। ਪਹਿਲਾਂ ਅਧਿਆਪਕਾਂ ਦੀ ਆਪਾਂ ਗੱਲ ਕਰ ਲਈਏ, ਉਹ ਵੀ ਪਹਿਲਾਂ ਕੁੱਟੇ ਮਾਂਜੇ ਤੇ ਫਿਰ ਜਾ ਕੇ ਮੀਟਿੰਗ ਕੀਤੀ, ਪਹਿਲਾਂ ਇੰਨੀ ਵਾਰ ਟਾਈਮ ਦੇ ਕੇ ਨਹੀਂ ਕੀਤਾ। ਨਰਸਾਂ ਦੀ ਆਪਾਂ ਗੱਲ ਕਰ ਲਈਏ ਤੇ ਜਦੋਂ ਛਾਲ ਹੀ ਮਾਰਤੀ ਅਗਲੀਆਂ ਨੇ ਤੇ ਫਿਰ ਜਾ ਕੇ ਮੰਗਾਂ ਮੰਨਣ ਦੀ ਗੱਲ ਚੱਲਦੀ ਹੈ। ਇਹ ਜਿਹੜਾ ਰਿਵਾਜ ਬਣ ਚੁੱਕਾ ਕਿ ਜਦੋਂ ਤੱਕ ਕੁਛ ਹੱਥੋਂ ਨਿਕਲਦਾ ਨਹੀਂ ਉਨੀ ਦੇਰ ਤੱਕ ਮਤਲਬ ਭੱਜਣਾ ਹੀ ਨਹੀਂ, ਇਹ ਸਰਕਾਰਾਂ ਦੇ ਇਹੋ ਜਿਹੇ ਐਟੀਟਿਊਡ ਨੂੰ ਕਿਵੇਂ ਦੇਖਦੇ ਹੋ? ਦੇਖੋ, ਪਹਿਲੀ ਗੱਲ ਤੇ ਮੈਂ ਇਹ ਕਹਾਂ ਕਿ ਜਿਹੜੇ ਸੰਘਰਸ਼ ਕਰਨ ਵਾਲੇ ਭਾਵੇਂ ਕਿਸਾਨ ਨੇ, ਮਜ਼ਦੂਰ ਨੇ, ਟੀਚਰ ਨੇ, ਨਰਸਾਂ ਨੇ, ਟੈਂਕੀਆਂ ਤੇ ਚੜ੍ਹਨ ਵਾਲਾ ਕੰਮ ਬਹੁਤਾ ਠੀਕ ਨਹੀਂ। ਟੈਂਕੀਆਂ ਤੇ ਨਾ ਚੜ੍ਹਨ, ਉਹਨਾਂ ਦੀਆਂ ਮੰਗਾਂ ਅਸੀਂ ਜਾਇਜ਼ ਮੰਨਦੇ ਹਾਂ। ਸਾਡੀ ਹਮਦਰਦੀ ਪੂਰੀ ਉਹਨਾਂ ਨਾਲ ਹੈ, ਅਸੀਂ ਸਰਕਾਰਾਂ ਨਾਲ ਹਮਦਰਦੀ ਨਹੀਂ ਕਰ ਸਕਦੇ। ਪਰ ਇੱਕ ਫਿਲਮ ਦੇ ਵਿੱਚ ਧਰਮਿੰਦਰ ਚੜ੍ਹ ਗਿਆ ਟੈਂਕੀ ਤੇ, ਉਹਨੂੰ ਟਿਕਟ ਦੇ ਦਿੱਤੀ ਤੇ ਬੀਕਾਨੇਰ ਦੇ ਲੋਕਾਂ ਨੇ ਆਖਿਆ ਉਸੇ ਤਰ੍ਹਾਂ ਟੈਂਕੀ ਤੇ ਚੜ੍ਹ ਕੇ ਡਾਇਲਾਗ ਬੋਲ ਕੇ ਵਿਖਾ। ਉਹ ਜਿੱਤ ਗਿਆ। ਉਹਦੇ ਬਾਅਦ ਬੀਕਾਨੇਰ ਦੇ ਕਿਸਾਨਾਂ ਨੇ ਉਸੇ ਟੈਂਕੀ ਤੇ ਚੜ੍ਹ ਕੇ ਆਖਿਆ ਸਾਡੇ ਹੁਣ ਮੰਗਾਂ ਸਾਡੀਆਂ ਮਨਾ, ਨਹੀਂ ਤੇ ਅਸੀਂ ਲੱਗੇ ਛਾਲ ਮਾਰਨ। ਜੀ, ਇਹ ਟੈਂਕੀਆਂ ਵਾਲੀ ਖੇਡ ਉੱਥੋਂ ਸ਼ੁਰੂ ਹੋਈ ਸੀ। ਉਦੋਂ ਪਹਿਲਾਂ ਕਦੇ ਕੋਈ ਟੈਂਕੀ ਤੇ ਨਹੀਂ ਸੀ ਚੜ੍ਹਿਆ ਜੀ। ਉਦੋਂ ਬਾਅਦ ਕੋਈ ਟੈਂਕੀ ਤੇ ਕੋਈ ਟਾਵਰ ਤੇ ਚੜ੍ਹਦਾ, ਇਹ ਤੋਂ ਬਚਣਾ ਚਾਹੀਦਾ। ਜਿਹੜਾ ਬੰਦਾ ਟੈਂਕੀ ਤੇ ਚੜ੍ਹਿਆ, ਛੱਤ ਤੇ ਚੜ੍ਹਿਆ, ਕਿੰਨੀ ਕੁ ਦੇਰ ਲੋਕ ਕਦੇ ਉਹ ਗੁੱਸੇ 'ਚ ਆ ਕੇ ਕੁਝ ਕਰ ਸਕਦਾ। ਜੀ, ਦੂਜੀ ਗੱਲ, ਜਿੱਥੋਂ ਤੱਕ ਸਰਕਾਰਾਂ ਦਾ ਸਵਾਲ ਹੈ, ਮੈਂ ਸਰਕਾਰ ਨਹੀਂ ਕਹਿ ਰਿਹਾ, ਮੈਂ ਸਰਕਾਰਾਂ ਕਹਿਣਾ। ਸਾਰੇ ਰਾਜਾਂ 'ਚ ਇਹੋ ਹਾਲ ਹੈ ਕਿ ਜਦ ਤੱਕ ਲੋਕੀ ਮਰਨ ਤੇ ਨਹੀਂ ਆ ਜਾਂਦੇ, ਇਹ ਕਿਸੇ ਦੀ ਗੱਲ ਨਹੀਂ ਸੁਣਦੇ। ਫਿਰ ਕਹਿੰਦੇ ਜੀ ਗੱਲ ਜਾਇਜ਼ ਸੀ, ਸਾਡੀਆਂ ਕੁਝ ਮਜਬੂਰੀਆਂ ਸੀ। ਜੇ ਮਜਬੂਰੀਆਂ ਬੈਠ ਕੇ ਦੱਸੋ, ਉਹਨਾਂ ਨਾਲ ਕੋਈ ਪੱਕਾ ਵਾਅਦਾ ਕਰੋ। ਪੱਕੇ ਵਾਅਦੇ ਨਹੀਂ ਕੀਤੇ ਜਾਂਦੇ, ਫਿਰ ਇਸ ਕਰਕੇ ਗੜਬੜ ਹੋ ਜਾਂਦੀ। ਪਿਛਲੀ ਸਰਕਾਰ ਦੇ ਵੇਲੇ ਮੋਹਾਲੀ 'ਚ ਇੱਕ ਵਾਰੀ ਕੁਝ ਮੁਲਾਜ਼ਮਾਂ ਨੇ ਇਸ ਤਰ੍ਹਾਂ ਦਾ ਮੁਜ਼ਾਹਰਾ ਕੀਤਾ, ਟੈਂਕੀਆਂ ਤੇ ਵੀ ਚੜ੍ਹ ਗਏ, ਸਮਝੌਤਾ ਕੀਤਾ ਗਿਆ। ਸਮਝੌਤੇ 'ਚ ਉਹਨਾਂ ਨੂੰ ਲਿਖ ਕੇ ਦਿੱਤਾ ਗਿਆ ਕਿ ਫਲਾਣੀ ਤਰੀਕ ਨੂੰ ਜਾ ਕੇ ਤੁਸੀਂ ਡਿਊਟੀ ਜੁਆਇਨ ਕਰੋ, ਆਹ ਤੁਹਾਡੇ ਅਪਾਇੰਟਮੈਂਟ ਲੈਟਰ ਹੈ। ਜਦੋਂ ਡਿਊਟੀ ਜੁਆਇਨ ਕਰਨ ਗਏ 15 ਦਿਨਾਂ ਬਾਅਦ, ਤੇ ਉੱਥੇ ਪਤਾ ਲੱਗਾ ਜੀ ਇਹੋ ਜਿਹਾ ਕੋਈ ਆਰਡਰ ਹੀ ਨਹੀਂ, ਆਰਡਰ ਜਾਲੀ ਹੈ। ਔਰ ਜਿਹੜੇ ਅਫਸਰ ਨੇ ਆਰਡਰ ਦਿੱਤੇ ਸਨ, ਉਹਨੂੰ ਪੁੱਛਿਆ ਗਿਆ, ਕਹਿੰਦਾ ਜੀ ਮੈਨੂੰ ਸਰਕਾਰ ਨੇ ਆਖਿਆ ਸੀ ਝੂਠਾ ਸੱਚਾ ਆਰਡਰ ਬਣਾ ਕੇ ਕਰੀਬ ਬੰਦਿਆਂ ਨੂੰ ਟਾਲ। ਇੱਕ ਵਾਰੀ ਕਪੂਰਥਲੇ 'ਚ ਕੁੜੀਆਂ ਸੰਘਰਸ਼ ਕਰਦੀਆਂ ਪਈਆਂ ਸਨ। ਉਹ ਜਦੋਂ ਜ਼ਿਆਦੀਆਂ ਖਿਜੀਆਂ ਸਨ, ਉਹਨਾਂ ਆਖਿਆ ਸੀ ਸੜ ਕੇ ਮਰ ਜਾਣਾ। ਤੇ ਇੱਕ ਪੁਲਿਸ ਅਫਸਰ ਨੇ ਆਖਿਆ ਐਵੇਂ ਸਾਨੂੰ ਸੁੱਕਣੇ ਪਾਇਆ, ਮਰਨਾ ਮੁਰਨਾ ਤੁਸੀਂ ਕਹਿੰਦਾ ਮਰਨਾ ਤੇ ਮਰ ਜਾਓ, ਅਸੀਂ ਰੋਕਿਆ। ਤੇ ਕੁੜੀ ਨੇ ਸੱਚੀ ਮੁੱਚੀ ਆਪਣੇ ਆਪ ਨੂੰ ਅੱਗ ਲਾ ਲਈ ਤੇ ਸੜ ਕੇ ਮਰ ਗਈ। ਜੀ, ਫਿਰ ਉਹ ਅਫਸਰ ਉੱਥੋਂ ਭੱਜ ਗਿਆ। ਪੁਲਿਸ ਵਾਸਤੇ ਵੀ ਭਾਦੀ ਬਣ ਗਈ। ਇੱਦਾਂ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਨੇ। ਹੁਣ ਵਾਲੇ ਕੇਸ ਵਿੱਚ ਵੀ ਕਈ ਦਿਨਾਂ ਤੋਂ ਰਜਿੰਦਰਾ ਹਸਪਤਾਲ ਦੀ ਛੱਤ ਤੇ ਕੁੜੀਆਂ ਚੜ੍ਹੀਆਂ ਸਨ। ਇਹਨਾਂ ਨੇ ਜਾਂਦੇ ਕੋਈ ਰਾਹ ਕੱਢਦੇ, ਗੱਲਬਾਤ ਕਰਨੀ ਚਾਹੀਦੀ ਸੀ। ਮੁੱਖ ਮੰਤਰੀ ਵੀ ਉੱਥੇ ਆ, ਸਿਹਤ ਮੰਤਰੀ ਵੀ ਉੱਥੇ ਆ। 100 ਕਿਸਮ ਦੇ ਇਹੋ ਜਿਹੇ ਹਮਦਰਦ ਬੰਦੇ ਹੋ ਸਕਦੇ ਆ ਜਿਹੜੇ ਸਰਕਾਰ ਦੇ ਵੀ ਨੇੜੇ ਆ ਤੇ ਕੁੜੀਆਂ ਨਾਲ ਵੀ ਗੱਲ ਕਰ ਸਕਦੇ ਸੀ, ਗੱਲ ਕੀਤੀ ਜਾਂਦੀ। ਹੁਣ ਜਦੋਂ ਉਹਨਾਂ ਕੁੜੀਆਂ ਨੇ ਛਾਲ ਮਾਰਤੀ ਆਪਣੀ ਵੱਲੋਂ, ਜਿਨ੍ਹਾਂ ਨੇ ਉਹਨੇ ਜਾਨ ਦਾਅ 'ਤੇ ਲਾਤੀ, ਤੇ ਫਿਰ ਸਰਕਾਰ ਫਟਾਫਟ ਨੇ ਜੀ ਉਹਨਾਂ ਦੀਆਂ ਚੌਂ 'ਚੋਂ 3 ਮੰਗਾਂ ਮੰਨ ਲਈਆਂ, ਅਸੀਂ ਮੰਨ ਲਈਆਂ। ਈਦੋਂ ਪਿੱਛੋਂ ਤੰਬਾ ਫੂਕਣਾ। ਜੀ, ਉਹ ਕੁੜੀਆਂ ਜਦ ਤੱਕ ਛੱਤ 'ਤੇ ਟੰਗੀਆਂ ਸੀ, ਉਹਨਾਂ ਦੀ ਬੁਰੀ ਹਾਲਤ ਸੀਗੀ, ਉਦੋਂ ਕਿਸੇ ਨੇ ਲੋੜ ਨਹੀਂ ਸਮਝੀ। ਹੋਣਾ ਇਹ ਚਾਹੀਦਾ ਕਿ ਇੱਕ ਵੀ ਬੰਦਾ ਇਹੋ ਜਿਹੇ ਸੰਘਰਸ਼ ਵਿੱਚ ਕਿਤੇ ਬੈਠਾ, ਉਹਦੇ ਵਾਸਤੇ ਕੋਈ ਰਾਹ ਕੱਢਿਆ ਜਾਵੇ, ਭੁੱਖਾ ਨਾ ਸੌਣ ਦਿੱਤਾ ਜਾਵੇ, ਕੋਈ ਰਾਹ ਕੱਢ। ਇੱਥੇ ਰਾਜਨੀਤੀ ਐਡੀ ਚੰਦਰੀ ਹੈ ਕਿ ਅਕਾਲੀ ਭਾਜਪਾ ਸਰਕਾਰ ਹੋਵੇ ਤੇ ਕਾਂਗਰਸੀ ਤੇ ਦੂਸਰੇ ਲੋਕਾਂ ਨੂੰ ਚੁੱਕ ਕੇ ਕਹਿੰਦੇ ਕਰੋ ਸੰਘਰਸ਼, ਹਮ ਤੁਮਾਰੇ ਸਾਥ ਹੈ। ਕਾਂਗਰਸੀ ਸਰਕਾਰ ਹੋਵੇ ਤੇ ਅਕਾਲੀ ਭਾਜਪਾ ਵਾਲੇ ਕਹਿੰਦੇ ਤੁਮ ਸੰਘਰਸ਼ ਕਰੋ, ਹਮ तुम्हारे साथ हैं, पर संघर्ष तुम करो जी, हम तो सिर्फ साथ हैं। फिर राजनीति रंग किदां बदलदी है गिरगिटनां वध। फरवरी 2007 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕੈਂਪ ਲੱਗਾ ਸੀ ਮਟਕਾ ਚੌਂਕ ਦੇ ਲਾਗੇ, ਜਿੱਥੇ
ਮੁੰਡੇ ਕੁੜੀਆਂ ਧਰਨੇ ਤੇ ਬੈਠੇ ਸੀ, ਉਹਨਾਂ ਦਾ ਤੰਬੂ ਵੀ ਸ਼੍ਰੋਮਣੀ ਕਮੇਟੀ ਨੇ ਦਿੱਤਾ ਸੀ, ਦਰੀਆਂ ਵੀ, ਪੱਖੇ ਵੀ, ਤੇ 2 ਟਾਈਮ ਗੱਡੀ ਦੇ ਉੱਤੇ ਲੰਗਰ ਵੀ ਸ਼੍ਰੋਮਣੀ ਕਮੇਟੀ ਨਾਢਾ ਸਾਹਿਬ ਗੁਰਦੁਆਰਾ ਤੇ ਲਿਆਉਂਦੇ ਸੀ ਜੀ। ਜਿੱਦਣ ਚੋਣਾਂ ਹੋ ਗਈਆਂ, ਚੋਣਾਂ ਤੋਂ ਅਗਲੇ ਦਿਨ ਅਕਾਲੀ ਭਾਜਪਾ ਸਰਕਾਰ ਬਣ ਗਈ। ਸ਼ਾਮ ਪੈਣ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਆਏ, ਉਹਨਾਂ ਸਮਝਿਆ ਰੋਟੀ ਲੈ ਕੇ ਆਏ ਹੋਣੇ ਗੱਡੀ ਤੇ, ਕਿਉਂਕਿ ਰੋਜ਼ ਉਸੇ ਟਾਈਮ ਤੇ ਆਉਂਦੇ ਸੀ ਜੀ। ਲੰਗਰ ਨਹੀਂ ਲਿਆਏ, ਨਾਲ ਬੰਦੇ ਲਿਆਏ ਤੇ ਆ ਕੇ ਤੰਬੂ ਵੀ ਚੁੱਕਿਆ, ਦਰੀਆਂ ਵੀ, ਸਾਰਾ ਕੁਝ ਚੁੱਕ ਚੁਕਾ ਕੇ ਤੇ ਉੱਥੇ ਉਹਨਾਂ ਨੂੰ ਆਖਿਆ ਤੁਸੀਂ ਹੁਣ ਬੈਠੋ, ਅਸੀਂ ਚੱਲੇ ਹਾਂ। ਰਾਜਨੀਤੀ ਇੱਦਾਂ ਦੇ ਰੰਗ ਵੀ ਵਿਖਾਉਂਦੀ ਹੈ ਜੀ। ਹੁਣ ਇੱਥੇ ਕੋਈ ਪਾਰਟੀ ਇਹੋ ਜਿਹੀ ਜਿਹਦਾ ਰਾਜ ਹੋਵੇ ਤੇ ਉਸ ਰਾਜ ਦੌਰਾਨ ਲੋਕਾਂ ਨੂੰ ਸੰਘਰਸ਼ ਨਾ ਕਰਨਾ ਪਿਆ ਹੋਵੇ। ਗੋਲੀਆਂ ਪੁਲਿਸ ਦੇ ਨਾਲ ਕਿੰਨੀ ਵਾਰੀ ਚੱਲੀਆਂ ਨੇ, ਕਿਸਾਨ ਕਿੰਨੀ ਵਾਰੀ ਸੰਘਰਸ਼ ਵਿੱਚ ਮਰੇ ਨੇ, ਮਜ਼ਦੂਰ ਮਰੇ ਨੇ। ਜਿਹੜੀ ਵੀ ਵਿਰੋਧੀ ਧਿਰ ਦੀ ਪਾਰਟੀ ਹੁੰਦੀ ਆ, ਉਹ ਕਹਿੰਦੀ ਹੈ ਜੀ ਇਹਨਾਂ ਨੇ ਕੀਤਾ, ਅਸੀਂ ਆਏ ਤਾਂ ਨਹੀਂ ਹੋਊਗਾ। ਪਰ ਜਦੋਂ ਉਹਨਾਂ ਦਾ ਰਾਜ ਆਪਣਾ ਆ ਜਾਂਦਾ, ਫਿਰ ਉਹ ਕੁਝ ਹੀ ਹੋਣ ਲੱਗ ਪੈਂਦਾ। ਰਾਜ ਬਦਲਦਾ, ਰਾਜ ਦੀ ਰੀਤ ਨਹੀਂ ਬਦਲ ਰਹੀ। ਜਦ ਤੱਕ ਰੀਤ ਨਹੀਂ ਬਦਲਦੀ, ਲੋਕ ਦੁਖੀ ਰਹਿਣਗੇ। ਬਿਲਕੁਲ ਸਹੀ। ਪਰ ਸਭ ਅਗਲੀ ਗੱਲ ਮੈਂ ਪੁੱਛਣੀ ਚਾਹੁੰਦਾ, ਉਸਾਮਾ ਬਿਨ ਲਾਦੇਨ ਜਿੰਨਾ ਚਿਰ ਜਿਉਂਦਾ ਰਿਹਾ ਜੀ, ਉਨੀ ਦੇਰ ਤੱਕ ਬੜੀ ਦਹਿਸ਼ਤ ਰਹੀ ਪੂਰੀ ਦੁਨੀਆ ਦੇ ਵਿੱਚ। ਫਿਰ ਜਦੋਂ ਚਲੋ ਅਮਰੀਕਾ ਨੇ ਉਹ ਕੰਮ ਕੀਤਾ, ਉਸ ਤੋਂ ਬਾਅਦ ਕੰਮ ਠੰਡਾ ਪਿਆ, ਹੋਰ ਬੰਦੇ ਲਾਈਮਲਾਈਟ 'ਚ ਆ ਗਏ। ਹੁਣ ਉਸਾਮਾ ਬਿਨ ਲਾਦੇਨ ਦਾ ਮੁੰਡਾ ਕਹਿੰਦੇ ਲਾਈਮਲਾਈਟ 'ਚ ਹੈ, ਉਹਦੇ 'ਤੇ 10 ਲੱਖ ਅਮਰੀਕੀ ਡਾਲਰ ਦਾ ਨਾਮ ਰੱਖੀ ਬੈਠਿਆ। ਇਹ ਕੀ ਕਹਾਣੀ ਛਿੜਪੀ? ਦੇਖੋ, ਜਿਹੜੇ ਵਿਕਸਿਤ ਦੇਸ਼ ਨੇ ਉਹਨਾਂ ਵਿੱਚ ਇੱਕ ਰਿਵਾਜ ਹੈ ਕਿ ਜੇ ਕੋਈ ਅਪਰਾਧੀ ਵੀ ਹੋਵੇ, ਕਾਤਲ ਵੀ ਹੋਵੇ, ਅੱਤਵਾਦੀ ਵੀ ਹੋਵੇ, ਉਹਦੇ ਪਰਿਵਾਰ ਤੇ ਉਹਦੇ ਬੱਚਿਆਂ ਦੀ ਰਿਹਾਇਸ਼ ਦਾ ਸਾਰੇ ਕੁਝ ਦਾ ਖਰਚਾ ਸਰਕਾਰ ਦਿੰਦੀ ਹੈ ਜੀ। ਆਮ ਲੋਕਾਂ ਵਾਂਗ ਦਿੰਦੀ। ਕਿਉਂ? ਕਿਉਂਕਿ ਜੇ ਇਹਨਾਂ ਦੀ ਮਦਦ ਨਾ ਕੀਤੀ ਗਈ ਤੇ ਇਹ ਵੀ ਫਿਰ ਅਪਰਾਧੀ ਬਣਨਗੇ। ਇਹ ਆਮ ਰਿਵਾਜ ਹੈ ਵਿਕਸਿਤ ਦੇਸ਼ਾਂ 'ਚ ਜੀ। ਹੁਣ ਜਦੋਂ ਇਹੋ ਜਿਹਾ ਅਪਰਾਧੀ ਹੈ ਉਸਾਮਾ ਬਿਨ ਲਾਦਨ, ਉਹਦੇ ਬੱਚੇ ਨੂੰ ਆਪਣੇ ਕੋਲ ਰੱਖਣ ਤੋਂ ਕੋਈ ਵੀ ਝਿਜਕ ਸਕਦਾ। ਇਹਨੂੰ ਕੌਣ ਆਪਣੇ ਕੋਲ ਸਹੂਲਤਾਂ ਦੇਵੇ, ਡਰਦੇ ਸੀ। ਪਰ ਉਹ ਮੁੰਡਾ ਮੁੱਢਲੇ 2 ਸਾਲ ਇੱਕੋ ਗੱਲ ਹੀ ਕਹੀ ਗਿਆ ਕਿ ਮੇਰਾ ਬਾਪ ਗਲਤ ਸੀ, ਮੈਂ ਉਸ ਰਾਹ 'ਤੇ ਨਹੀਂ ਜਾਣਾ ਚਾਹੁੰਦਾ ਜੀ, ਮੈਂ ਚਾਹੁੰਦਾ ਦੁਨੀਆ ਜਿਹੜੀ ਸੁਖੀ ਵਸੇ। ਉਸ ਮੌਕੇ ਚਾਹੀਦਾ ਸੀ ਕਿ ਉਹਨੂੰ ਕਿਸੇ ਇਹੋ ਜਿਹੀ ਅਕੈਡਮੀ 'ਚ ਲਿਜਾਇਆ ਜਾਂਦਾ, ਪੜ੍ਹਾਇਆ ਜਾਂਦਾ, ਜਿੱਥੇ ਉਹਨੂੰ ਦੱਸਿਆ ਜਾਂਦਾ ਕਿ ਬੇਟਾ ਜ਼ਿੰਦਗੀ ਮਾਰਨ ਤੇ ਮਰਨ ਵਾਸਤੇ ਨਹੀਂ ਹੁੰਦੀ। ਕਿਸੇ ਨੇ ਪਰਵਾਹ ਨਹੀਂ ਕੀਤੀ। ਇਸ ਪਰਿਵਾਰ ਦੀ ਬਹੁਤ ਜ਼ਿਆਦਾ ਜਾਇਦਾਦ ਆ, ਬਹੁਤ ਵੱਡਾ ਕਾਰੋਬਾਰ ਹੈ ਸਾਊਦੀ ਅਰਬ 'ਚ। ਉਸਾਮਾ ਬਿਨ ਲਾਦਨ ਹੋਰੀ, ਇਹਦੇ ਪਿਓ ਦੇ ਕਿੰਨੇ ਸਾਰੇ ਵਿਆਹ ਸੀਗੇ ਤੇ 50-52 ਭੈਣ ਭਰਾ ਸੀਗੇ ਇਹ ਉਸਾਮਾ ਬਿਨ ਲਾਦਨ ਹੋਰੀ ਜੀ। ਤੇ ਇਹਦੇ ਬਾਵਜੂਦ ਇਹਨਾਂ ਦਾ ਤੇਲ ਦਾ ਤੇ ਦੂਸਰਾ ਤੀਸਰਾ ਇੰਨਾ ਕਾਰੋਬਾਰ ਸੀ ਕਿ ਉਸਾਮਾ ਬਿਨ ਲਾਦਨ ਜਦੋਂ ਅੰਡਰਗਰਾਊਂਡ ਸੀ, ਉਦੋਂ ਵੀ ਲੋਕਾਂ ਤੋਂ ਕੋਈ ਐਕਸਟ੍ਰਾਕਸ਼ਨ ਦਾ, ਕੋਈ ਫਰੌਤੀਆਂ ਦਾ ਪੈਸਾ ਨਹੀਂ ਸੀ ਲੈ ਰਿਹਾ। ਉਹਦਾ ਆਪਣਾ ਹੀ ਇੰਨਾ ਪੈਸਾ ਉੱਥੋਂ ਸ਼ੇਅਰ ਉਹਨੂੰ ਮਿਲਦਾ ਸੀ, ਜਿਹੜੇ ਸ਼ੇਅਰ ਦੇ ਨਾਲ ਉਹ ਕਈ ਆਰਗੇਨਾਈਜੇਸ਼ਨਾਂ ਚਲਾਈ ਫਿਰਦਾ ਸੀ। ਸਵਾਲ ਇਹ ਆ ਕਿਹੜਾ ਉਹਦਾ ਸ਼ੇਅਰ ਸੀ। ਜਦੋਂ ਉਹ ਅਪਰਾਧੀ ਬਣ ਗਿਆ, ਜਦੋਂ ਅੰਡਰਗਰਾਊਂਡ ਹੀ ਹੋ ਗਿਆ, ਸਾਰੀ ਦੁਨੀਆ ਨੂੰ ਲੱਭਦੀ ਫਿਰਦੀ ਹੈ ਜੀ, ਉਹਦਾ ਸ਼ੇਅਰ ਉਹਨੂੰ ਕਿੱਦਾਂ ਪਹੁੰਚਦਾ ਸੀ ਤੇ ਉਹ ਕੌਣ ਪਹੁੰਚਾਉਂਦਾ ਸੀ ਜੀ? ਕਾਨੂੰਨੀ ਤਰੀਕੇ ਬੈਂਕ ਟ੍ਰਾਂਜੈਕਸ਼ਨਾਂ ਕਰਕੇ ਤੇ ਪਹੁੰਚਾਇਆ ਨਹੀਂ ਜਾ ਸਕਦਾ। ਜਿਹੜੀਆਂ ਸਰਕਾਰਾਂ ਉਸ ਵਕਤ ਉਹਨੂੰ ਅਮਰੀਕਾ ਦੇ ਖਿਲਾਫ ਲੜਨ ਵਾਸਤੇ ਉਹਦੇ ਕਾਰੋਬਾਰ ਦਾ ਸ਼ੇਅਰ ਵੀ ਪਹੁੰਚਾਉਂਦੀਆਂ ਰਹੀਆਂ, ਉਹਨਾਂ ਹੀ ਸਰਕਾਰਾਂ ਨੇ ਸੋਚਿਆ ਕਿ ਭੱਠੀ ਮਗਦੀ ਰੱਖਣੀ ਚਾਹੀਦੀ ਹੈ। ਜਿਹੜੀ ਭੱਠੀ 'ਚ ਅੱਗੇ ਇੱਕ ਪਿਆ ਸੀ, ਉੱਥੇ ਹੁਣ ਉਹਦਾ ਮੁੰਡਾ ਪਾ ਦਿਓ। ਉਸਾਮਾ ਬਿਨ ਲਾਦਨ ਦਾ ਮੁੰਡਾ ਹਮਜ਼ਾ ਲਾਦਨ ਇਸ ਵੇਲੇ ਜੇ ਅੱਤਵਾਦੀ ਬਣਦਾ, ਜੇ ਉਹ ਸੁਨੇਹ ਦਿੰਦਾ ਅੱਤਵਾਦੀਆਂ ਨੂੰ ਕਿ ਕਾਇਮ ਹੋ ਜਾਓ, ਮੇਰੇ ਪਿਓ ਦਾ ਬਦਲਾ ਲੈਣਾ, ਜੇ ਅਮਰੀਕਾ ਦੀ ਸਰਕਾਰ ਨੂੰ ਉਹਦੇ ਸਿਰ ਦਾ ਮੁੱਲ 10 ਲੱਖ ਡਾਲਰ ਰੱਖਣਾ ਪੈ ਰਿਹਾ, ਇੰਨਾ ਜੇ ਰੱਖਣਾ ਪੈ ਰਿਹਾ, ਤੇ ਉਹ ਛੋਟੀ ਜੀ ਗੱਲ ਨਹੀਂ, ਇਹ ਬਹੁਤ ਵੱਡੀ ਹੈ ਜਿਹੜੀ ਸੰਭਾਲੀ ਜਾ ਸਕਦੀ ਸੀ, ਸੰਭਾਲੀ ਨਹੀਂ ਗਈ। ਮੁੱਢਲੇ ਦਿਨਾਂ 'ਚ ਸੁਣਦੇ ਆ ਮੁੰਡਾ ਜੀ ਘੋੜਸਵਾਰੀ ਦਾ ਸ਼ੌਕੀਨ ਆ, ਮੁੰਡੇ ਨੂੰ ਖੇਡਾਂ ਦਾ ਸ਼ੌਕ ਆ, ਮੁੰਡੇ ਨੂੰ ਆਹ ਸ਼ੌਕ ਹੈ। ਤੇ ਜਿਹੜੀਆਂ ਸਰਕਾਰਾਂ ਹੁਣ ਵੀ ਮੁੰਡੇ ਨੂੰ ਉਹਦੀ ਕੰਪਨੀ ਦੇ ਸ਼ੇਅਰਸ, ਉਹਦਾ ਕਾਰੋਬਾਰ ਦਾ ਸਾਰਾ ਹਿੱਸਾ ਅਜੇ ਤੱਕ ਪਹੁੰਚਾ ਰਹੀਆਂ ਨੇ। ਮੁੰਡੇ ਦੇ ਮਗਰ ਪੈਣ ਦੀ ਥਾਂ ਉਹਨਾਂ ਸਰਕਾਰਾਂ ਦੇ ਮਗਰ ਪੈ ਜਾਣਾ ਚਾਹੀਦਾ ਕਿ ਤੁਸੀਂ ਕੀ ਅੱਖ ਮਟੱਕਾ ਖੇਡਦੇ ਹੋ ਜੀ। ਪੰਜਾਬੀ ਦਾ ਇੱਕ ਮੁਹਾਵਰਾ, ਕਮਲੇ ਨੂੰ ਨਾ ਮਾਰੋ, ਕਮਲੇ ਦੀ ਮਾਂ ਨੂੰ ਮਾਰੋ, ਨਹੀਂ ਤੇ ਕੋਈ ਇਹੋ ਜਿਹਾ ਹੋਰ ਕਮਲਾ ਨਾ ਜੰਮ ਦਿੰਦੀ ਹੋਵੇ ਜੀ। ਜਿਹੜੀਆਂ ਸਰਕਾਰਾਂ ਇਹੋ ਜਿਹੇ ਅੱਤਵਾਦੀ ਪੈਦਾ ਕਰਦੀਆਂ, ਅੱਤਵਾਦੀ ਇਕੱਲੇ ਨੂੰ ਮਾਰਨ ਦੀ ਲੋੜ ਨਹੀਂ। ਚਾਹੀਦਾ ਇਹ ਹੈ ਕਿ ਉਹ ਸਰਕਾਰਾਂ ਜਿਹੜੀ ਇਹ ਨੀਤੀ ਅਪਣਾਉਂਦੀਆਂ ਨੇ ਕਿ ਆਪ ਤਾਂ ਰਾਜ ਕਰਦੇ, ਐਸ਼ ਕਰਦੇ ਆ,
ਫੌਜਾਂ ਤੋਂ ਸਲਾਮੀਆਂ ਲੈਂਦੇ ਆ ਤੇ ਇਹੋ ਜਿਹਿਆਂ ਨੂੰ ਛੇੜ ਕੇ ਅੱਤਵਾਦੀ ਬਣਾਉਂਦੇ ਆ। ਉਹਨਾਂ ਸਰਕਾਰਾਂ ਦੀ ਮਾਂ ਮਰੋੜਨੀ ਚਾਹੀਦੀ ਹੈ, ਉਹਨਾਂ ਦੇ ਖਿਲਾਫ ਸਖਤੀ ਕੀਤੀ ਜਾਣੀ ਚਾਹੀਦੀ ਹੈ। ਅਮਰੀਕਾ, ਬਰਤਾਨੀਆ, ਫਰਾਂਸ ਜਿਹੜੇ ਦੇਸ਼ ਹੁਣ ਪਾਕਿਸਤਾਨ ਤੋਂ ਖਿਜੇ ਪਏ ਤਾਂ ਪਹਿਲਾਂ ਆਪ ਪਾਕਿਸਤਾਨ ਨੂੰ ਵਰਤਦੇ ਰਹੇ ਜੀ। ਜੇ ਕਿਤੇ ਇਹਨਾਂ ਨੇ ਇਹ ਕੁਛ ਨਾ ਕੀਤਾ ਹੁੰਦਾ, ਤਿਆਰ ਨਾ ਹੁੰਦਾ। ਸਾਊਦੀ ਅਰਬ ਨਾਲ ਸੰਬੰਧਾਂ ਦੇ ਸਵਾਲ ਤੇ ਵੀ ਇਹ ਦੇਸ਼ ਅਜੇ ਤੱਕ ਸਾਫ਼ ਨਹੀਂ ਹੋ ਸਕੇ। ਜੇ ਅੱਤਵਾਦ ਖਤਮ ਕਰਨਾ ਤੇ ਅੱਤਵਾਦੀਆਂ ਦੇ ਮਗਰ ਨਾ ਪਾਓ, ਕਮਲੇ ਨੂੰ ਨਹੀਂ, ਕਮਲੇ ਦੀ ਮਾਂ ਨੂੰ ਮਾਰੋ। ਜੀ ਮੋਹਨ ਸਾਹਿਬ, ਤੁਸੀਂ ਸਮਾਂ ਕੱਢਿਆ, ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ, ਬਹੁਤ ਧੰਨਵਾਦ ਤੁਹਾਡਾ ਜੀ। ਇਸ ਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਇਸ ਤਰ੍ਹਾਂ ਤੁਸੀਂ ਸਾਡਾ ਸਾਥ ਦਿੰਦੇ ਰਹੋਗੇ। ਫਿਲਹਾਲ ਦਿਓ ਇਜਾਜ਼ਤ। ਗੁਰਪ੍ਰੀਤ ਸੰਧਵਾਲੀਆ ਨੂੰ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।